ਜ਼ਿੰਦਗੀ ਨੇ ਤਿੱਖਾ ਮੋੜ ਕੱਟਿਆ। ਉਪਰੋਕਤ ਬਿਆਨ ਅੰਦਰ ਭਾਈ ਖਾਲੜਾ ਨੇ ਪੰਜਾਬ ਦੀ ਰਾਜਨੀਤੀ ਅੰਦਰ ਆ ਰਹੇ ਨਵੇਂ ਮੋੜ ਦਾ ਜ਼ਿਕਰ ਬੇਵਜ੍ਹਾ ਨਹੀਂ ਕੀਤਾ ਸੀ। ਉਹ ਕੌਮਾਂਤਰੀ ਖੇਤਰ ਤੋਂ ਲੈ ਕੇ ਇੰਡੀਆ ਤੇ ਪੰਜਾਬ ਅੰਦਰ ਵਾਪਰ ਰਹੀਆਂ ਰਾਜਸੀ ਘਟਨਾਵਾਂ ਦੇ ਰੁੱਖ ਤੇ ਵਹਿਣ ਉੱਤੇ ਤਿੱਖੀ ਨਜ਼ਰ ਰੱਖ ਕੇ ਚੱਲ ਰਿਹਾ ਸੀ। ਉਹ ਜਾਣਦਾ ਸੀ ਕਿ ਪਿਛਲੇ 2-3 ਸਾਲਾਂ ਤੋਂ ਦਿੱਲੀ ਦੇ ਤਖਤ ਦੀ ਮਾਲਕੀ ਨੂੰ ਲੈ ਕੇ ਭਾਰਤ ਦੇ ਹੁਕਮਰਾਨ ਰਾਜਸੀ ਵਰਗ ਅੰਦਰ ਜੋ ਕਾਟੋ ਕਲੇਸ਼ ਚੱਲ ਰਿਹਾ ਸੀ ਅਤੇ ਉਸ ਨਾਲ ਜਿਸ ਕਿਸਮ ਦੀ ਰਾਜਨੀਤਿਕ ਗੈਰ ਯਕੀਨੀ ਤੇ ਅਸਥਿਰਤਾ ਪੈਦਾ ਹੋ ਗਈ ਸੀ, ਭਾਰਤੀ ਹਕੂਮਤ ਦੀਆਂ ਨੀਤੀਆਂ ਘੜਨ ਵਾਲਾ ਰਾਜਸੀ ਤੰਤਰ ਯਾਨੀ ਕਿ ਰੂਲਿੰਗ ਇਸਟੈਬਲਿਸ਼ਮੈਂਟ ਉਸ ਨੂੰ ਗਹਿਰੀ ਚਿੰਤਾ ਨਾਲ ਦੇਖ ਰਿਹਾ ਸੀ। ਇਸ ਰਾਜਸੀ ਅਨਿਸ਼ਚਿਤਤਾ ਤੇ ਅਸਥਿਰਤਾ ਨੂੰ ਖਤਮ ਕਰਨਾ ਹਾਕਮ ਵਰਗ ਦੀ ਫੌਰੀ ਲੋੜ ਬਣ ਗਈ ਸੀ, ਜਿਸ ਕਰਕੇ ਭਾਈ ਜਸਵੰਤ ਸਿੰਘ ਨੇ ਇਹ ਗੱਲ ਭਾਂਪ ਲਈ ਸੀ ਕਿ ਨੇੜ ਭਵਿੱਖ ਵਿੱਚ ਭਾਰਤੀ ਰਾਜ ਆਪਣੀ ਮਜ਼ਬੂਤੀ ਲਈ ਅਸਰਦਾਰ ਕਾਰਵਾਈ ਕਰੇਗਾ ਅਤੇ ਇਸ ਨੂੰ ਦਰਪੇਸ਼ ਰਾਜਸੀ ਚੁਣੌਤੀਆਂ ਤੋਂ ਸੁਰਖਰੂ ਹੋਣ ਲਈ ਤਾਕਤ ਦੀ ਹੋਰ ਵੱਧ ਬੇਦਰੇਗ ਵਰਤੋਂ ਕਰੇਗਾ, ਜਿਸ ਨਾਲ ਸਿੱਖ ਕੌਮ ਨੂੰ ਪਹਿਲਾਂ ਨਾਲੋਂ ਵੱਧ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪਵੇਗਾ ਅਤੇ ਖਾੜਕੂ ਸੰਘਰਸ਼ ਉੱਤੇ ਹੋਰ ਵੀ ਵੱਧ ਵਹਿਸ਼ੀਆਨਾ ਜ਼ਬਰ ਢਾਇਆ ਜਾਵੇਗਾ। ਭਾਈ ਜਸਵੰਤ ਸਿੰਘ ਆਪਣੇ ਆਪ ਨੂੰ ਇਸ ਪੈਦਾ ਹੋਣ ਜਾ ਰਹੀ ਹਾਲਤ ਲਈ ਤਿਆਰ ਕਰ ਰਿਹਾ ਸੀ। ਉਸ ਦੇ ਜ਼ਿਹਨ ਅੰਦਰ ਆਪਣੀ ਸੋਚ ਤੇ ਸਰਗਰਮੀਆਂ ਨੂੰ ਨਵੀਂ ਹਾਲਤ ਦੇ ਅਨੁਕੂਲ ਢਾਲਣ ਲਈ ਜ਼ਿੰਦਗੀ ਦੀ ਚੱਲ ਰਹੀ ਤੋਰ ਵਿੱਚ ਵੱਡੀਆਂ ਤਬਦੀਲੀਆਂ ਕਰਨ ਦੇ ਠੋਸ ਵਿਚਾਰ ਤੇ ਖਾਕੇ ਪਣਪਣੇ ਸ਼ੁਰੂ ਹੋ ਗਏ ਸਨ। ਇੱਕ ਗੱਲ ਤਾਂ ਇਹ ਕਿ ਜਸਵੰਤ ਸਿੰਘ ਨੂੰ ਆਪਣੇ ਠੋਸ ਅਨੁਭਵ ਵਿੱਚੋਂ ਭਾਰਤੀ ਰਾਜ ਅੰਦਰ ਸਿੱਖ ਕੌਮ ਦੀ ਪੋਜੀਸ਼ਨ, ਸਮੱਸਿਆਵਾਂ ਤੇ ਇਹਨਾਂ ਦੇ ਹੱਲ ਬਾਰੇ IDP ਦੇ ਸਿਧਾਂਤਕ ਦ੍ਰਿਸ਼ਟੀਕੋਣ ਦੀਆਂ ਸੀਮਤਾਈਆਂ ਤੇ ਕਮਜ਼ੋਰੀਆਂ ਸਪਸ਼ਟ ਨਜ਼ਰ ਆ ਗਈਆਂ ਸਨ, ਜਿਸ ਕਰਕੇ 1991 ਦੀਆਂ ਚੋਣ ਸਰਗਰਮੀਆਂ ਤੋਂ ਬਾਅਦ ਉਸਨੇ IDP ਨੂੰ ਅਲਵਿਦਾ ਕਹਿਣ ਦਾ ਅੰਤਮ ਨਿਰਣਾ ਕਰ ਲਿਆ ਸੀ। ਉਹ ਇਸ ਦ੍ਰਿੜ ਸਿੱਟੇ ਤੇ ਪਹੁੰਚ ਗਿਆ ਸੀ ਕਿ ਸਿੱਖ ਕੌਮ ਸਾਹਮਣੇ ਹੁਣ ਆਪਣਾ ਵੱਖਰਾ ਤੇ ਸੁਤੰਤਰ ਮੁਲਕ ਬਣਾਉਣ ਤੋਂ ਸਿਵਾ ਕੋਈ ਹੋਰ ਚਾਰਾ ਨਹੀਂ ਰਿਹਾ। ਇਸ ਕਰਕੇ ਉਸਨੇ ਹੁਣ ਆਪਣੀ ਸਾਰੀ ਪ੍ਰਤਿਭਾ ਇਸ ਕਾਰਜ ਦੇ ਲੇਖੇ ਲਾਉਣ ਦਾ ਦ੍ਰਿੜ ਸੰਕਲਪ ਕਰ ਲਿਆ ਸੀ। ਉਸ ਦੀ ਸੋਚ ਵਿੱਚ ਆਈ ਇਸ ਸਿਧਾਂਤਕ ਤਬਦੀਲੀ ਨਾਲ ਉਸ ਦੇ ਅਮਲੀ ਜੀਵਨ ਵਿੱਚ ਵੀ ਵੱਡੇ ਬਦਲਾਅ ਆਉਣੇ ਅਟੱਲ ਹੋ ਗਏ ਸਨ। ਉਸ ਨੂੰ ਇਹ ਗੱਲ ਭਲੀ ਭਾਂਤ ਸਪਸ਼ਟ ਹੋ ਗਈ ਸੀ ਕਿ ਸਿੱਖ ਖਾੜਕੂ ਸੰਘਰਸ਼ ਦੇ ਵਹਿਣ ਤੋਂ ਪਾਸੇ ਰਹਿ ਕੇ ਸਿਧਾਂਤਕ ਨਸੀਹਤਾਂ ਤੇ ਰਾਜਸੀ ਮਸ਼ਵਰੇ ਦੇਣੇ ਹੁਣ ਮਾਇਨੇ ਨਹੀਂ ਰੱਖਦੇ ਸਨ। ਭਾਈ ਜਸਵੰਤ ਸਿੰਘ ਦਾ ਇਹ ਦ੍ਰਿੜ ਮੱਤ ਸੀ ਕਿ ਬੰਦੇ ਦੀ, ਖਾਸ ਕਰਕੇ ਜਨਤਕ ਜੀਵਨ ਅੰਦਰ ਵਿਚਰਨ ਵਾਲੇ ਵਿਅਕਤੀ ਦੀ ਕਹਿਣੀ ਤੇ ਕਰਨੀ ਵਿੱਚ ਅੰਤਰ ਨਹੀਂ ਹੋਣਾ ਚਾਹੀਦਾ। ਵਿਅਕਤੀ ਨੂੰ ਆਪਣੇ ਜੀਵਨ ਦਾ ਰਾਹ ਤੇ ਕਾਰਜ ਖੇਤਰ ਪੂਰੀ ਸਪਸ਼ਟਤਾ ਤੇ ਇਮਾਨਦਾਰੀ ਨਾਲ ਚੁਣਨਾ ਚਾਹੀਦਾ ਹੈ। ਜਿਹੜਾ ਰਾਹ ਸਿਰ ਦੇਣ ਦੀ ਮੰਗ ਕਰਦਾ ਹੋਵੇ, ਉੱਥੇ ਕੇਵਲ ਦੂਸਰਿਆਂ ਨੂੰ ਰਾਵਾਂ ਦੇਣੀਆਂ ਪਰ ਆਪ ਜੀਵਨ ਦੀ ਸੁਰੱਖਿਅਤਾ ਤੇ ਸੁੱਖ ਆਰਾਮ ਨੂੰ ਦਾਅ ਤੇ ਲਾਉਣ ਤੋਂ ਟਾਲਾ ਵੱਟਣਾ ਤੇ ਫਿਰ ਇਸ ਨੂੰ ਵਾਜਿਬ ਠਹਿਰਾਉਣ ਲਈ ਸਿਧਾਂਤਕ ਦਲੀਲਾਂ ਦੀ ਓਟ ਲੈਣੀ ਸਦਾਚਾਰਕ ਕੁਰਹਿਤ ਹੈ। ਜਸਵੰਤ ਸਿੰਘ ਇਸ ਬਾਰੇ ਪੂਰਾ ਸਪਸ਼ਟ ਸੀ ਕਿ ਉਸ ਦਾ ਕਾਰਜ ਖੇਤਰ ਬੌਧਿਕ ਸੀ ਅਤੇ ਉਹ ਇਸ ਖੇਤਰ ਵਿੱਚ ਹੀ ਸਿੱਖ ਸੰਘਰਸ਼ ਦੀ ਸੇਵਾ ਕਰ ਸਕਦਾ ਸੀ। ਉਹ ਬੰਦੂਕ ਚੁੱਕ ਕੇ ਨਹੀਂ ਲੜ ਸਕਦਾ ਸੀ, ਪਰ ਉਸ ਦੇ ਮਨ ਅੰਦਰ ਬੰਦੂਕਾਂ ਚੁੱਕ ਕੇ ਲੜਨ ਵਾਲੇ ਯੋਧਿਆਂ ਪ੍ਰਤੀ ਪੂਰਾ ਸਤਿਕਾਰ ਸੀ ਅਤੇ ਉਹ ਉਹਨਾਂ ਦੀ ਪੂਰੀ ਕਦਰ ਕਰਦਾ ਸੀ। ਜੇਕਰ ਉਸਨੇ ਬੰਦੂਕ ਚੁੱਕ ਕੇ ਲੜਨਾ ਹੁੰਦਾ ਤਾਂ 1991 ਵਿੱਚ ਉਸਦੇ ਰੂਹ-ਪੋਸ਼ ਹੋਣ ਦਾ ਵੇਲਾ ਆ ਗਿਆ ਸੀ। ਪੁਲਿਸ ਨੇ ਉਸ ਨੂੰ ਖੁੱਲ੍ਹੇ ਰੂਪ ਵਿੱਚ ਹੋਰ ਬਹੁਤਾ ਚਿਰ ਕੰਮ ਨਹੀਂ ਕਰਨ ਦੇਣਾ ਸੀ। ਇਹ ਸੰਕੇਤ ਸਾਫ਼ ਮਿਲਣ ਲੱਗ ਪਏ ਸਨ, ਪਰ ਉਸਨੇ ਬੌਧਿਕ ਖੇਤਰ ਵਿੱਚ ਕਾਰਜਸ਼ੀਲ ਹੋਣ ਦਾ ਜਿਹੜਾ ਫੈਸਲਾ ਕਰ ਲਿਆ ਸੀ, ਉਹ ਪੰਜਾਬ ਜਾਂ ਭਾਰਤ ਦੀ ਧਰਤੀ ਉੱਤੇ ਖੁੱਲ੍ਹੇ ਵਿਚਰ ਕੇ ਨਹੀਂ ਹੋ ਸਕਣਾ ਸੀ। ਉਸ ਦੇ ਵਾਸਤੇ ਵੀ ਰੂਹ-ਪੋਸ਼ ਹੋਣਾ ਪੈਣਾ ਸੀ। ਪਰ ਇੱਥੇ ਜੰਗ ਦੇ ਖੇਤਰ ਵਿੱਚ ਰੂਹ-ਪੋਸ਼ ਹੋ ਕੇ ਸਿੱਖ ਸੰਘਰਸ਼ ਨੂੰ ਸਿਧਾਂਤਕ ਸੇਧ ਦੇਣ ਲਈ ਅਨੁਕੂਲ ਵਾਤਾਵਰਨ ਨਹੀਂ ਰਿਹਾ ਸੀ। ਇਸ ਦੇ ਲਈ ਦੇਸ਼ ਤੋਂ ਬਾਹਰ ਨਿਕਲਣਾ ਜ਼ਰੂਰੀ ਹੋ ਗਿਆ ਸੀ। ਉਸ ਵੇਲੇ ਬਾਹਰ ਬੈਠ ਕੇ ਸਿੱਖ ਸੰਘਰਸ਼ ਵਿੱਚ ਯੋਗਦਾਨ ਪਾਉਣ ਲਈ ਅਮਲੀ ਰੂਪ ਵਿੱਚ 2 ਹੀ ਥਾਵਾਂ ਸਨ, ਪਾਕਿਸਤਾਨ ਜਾਂ ਪੱਛਮੀ ਦੇਸ਼। ਜਸਵੰਤ ਸਿੰਘ ਕੋਲੋਂ ਇਹ ਗੱਲ ਭੁੱਲੀ ਹੋਈ ਨਹੀਂ ਸੀ ਕਿ ਪਾਕਿਸਤਾਨ ਵਿੱਚ ਰਹਿ ਕੇ ਆਪਣੀ ਮਰਜ਼ੀ ਮੁਤਾਬਕ ਕੰਮ ਕਰ ਸਕਣਾ ਨਾਮੁਮਕਿਨ ਸੀ।
ਇਸ ਕਰਕੇ ਉਸ ਦੇ ਸਾਹਮਣੇ ਪੱਛਮੀ ਦੇਸ਼ਾਂ ਵਿੱਚ ਜਾਣ ਦਾ ਰਾਹ ਹੀ ਬਚਿਆ ਸੀ। ਉਸ ਵੇਲੇ ਤੱਕ ਭਾਈ ਜਸਵੰਤ ਸਿੰਘ ਦੇ ਤਿੰਨੋਂ ਹੀ ਭਰਾ ਇੱਕ-ਇੱਕ ਕਰਕੇ ਬਾਹਰ ਜਾ ਚੁੱਕੇ ਸਨ। ਵੱਡਾ ਭਰਾ ਰਜਿੰਦਰ ਸਿੰਘ ਇੰਗਲੈਂਡ ਸਲੋ ਰਹਿੰਦਾ ਸੀ। ਇੱਕ ਛੋਟਾ ਭਰਾ ਗੁਰਦੇਵ ਸਿੰਘ ਆਸਟਰੀਆ ਜਾ ਵਸਿਆ ਸੀ ਅਤੇ ਸਭ ਨਾਲੋਂ ਛੋਟਾ ਭਰਾ ਅਮਰਜੀਤ ਸਿੰਘ ਅਮਰੀਕਾ ਵਿੱਚ ਪੱਕਾ ਵਸਨੀਕ ਬਣਨ ਲਈ ਯਤਨਸ਼ੀਲ ਸੀ, ਜਿਸ ਕਰਕੇ ਮਾਪਿਆਂ ਨਾਲ ਕਬੀਲਦਾਰੀ ਦਾ ਬੋਝ ਵੰਡਾਉਣ ਦਾ ਸਾਰਾ ਜ਼ਿੰਮਾ ਜਸਵੰਤ ਸਿੰਘ ਨੂੰ ਹੀ ਓਟਣਾ ਪੈ ਗਿਆ ਸੀ। ਇਸੇ ਸਮੇਂ ਦੌਰਾਨ ਉਹ ਆਪ ਵੀ ਟੱਬਰਦਾਰ ਬਣ ਚੁੱਕਾ ਸੀ। 10 ਕੁ ਸਾਲ ਪਹਿਲਾਂ 1981 ਉਸ ਦਾ ਬੀਬੀ ਪਰਮਜੀਤ ਕੌਰ ਨਾਲ ਜੀਵਨ ਭਰ ਦਾ ਨਾਤਾ ਜੁੜ ਗਿਆ ਸੀ ਅਤੇ ਉਹਨਾਂ ਦੇ ਘਰ ਪਹਿਲਾਂ 1985 ਵਿੱਚ ਬੇਟੀ ਨਵਕਿਰਨ ਕੌਰ ਤੇ ਫਿਰ 1987 ਵਿੱਚ ਬੇਟਾ ਜਨਮੀਤ ਸਿੰਘ ਜਨਮ ਲੈ ਚੁੱਕੇ ਸਨ। ਇਸ ਤਰ੍ਹਾਂ ਭਾਈ ਜਸਵੰਤ ਸਿੰਘ ਆਪਣੀਆਂ ਪਰਿਵਾਰਕ ਤੇ ਕੌਮੀ ਜ਼ਿੰਮੇਵਾਰੀਆਂ ਵਿਚਕਾਰ ਸੂਖਮ ਤਵਾਜ਼ਨ ਬਣਾ ਕੇ ਚੱਲ ਰਿਹਾ ਸੀ। ਉਸ ਲਈ ਥੋੜੀ ਜਿਹੀ ਰਾਹਤ ਵਾਲੀ ਗੱਲ ਇਹ ਸੀ ਕਿ ਬੀਬੀ ਪਰਮਜੀਤ ਕੌਰ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਲਾਇਬ੍ਰੇਰੀ ਵਿੱਚ ਨੌਕਰੀ ਮਿਲੀ ਹੋਈ ਸੀ, ਜਿਸ ਸਦਕਾ ਜਸਵੰਤ ਸਿੰਘ ਘਰੇਲੂ ਜ਼ਿੰਮੇਵਾਰੀਆਂ ਦੇ ਮਾਇਕ ਪਹਿਲੂ ਬਾਰੇ ਚਿੰਤਾ ਤੋਂ ਮੁਕਾਬਲਤਨ ਸੁਰਖਰੂ ਸੀ। ਇੰਗਲੈਂਡ ਜਾਣ ਦਾ ਸਬਬ। ਭਾਈ ਜਸਵੰਤ ਸਿੰਘ ਨੇ 1990 ਵਿੱਚ ਆਪਣੇ ਛੋਟੇ ਵੀਰ ਗੁਰਦੇਵ ਸਿੰਘ ਦੇ ਵਿਆਹ ਦੇ ਸਿਲਸਿਲੇ ਵਿੱਚ ਇੰਗਲੈਂਡ ਪਹੁੰਚਣ ਦਾ ਯਤਨ ਕੀਤਾ ਸੀ। ਇਸ ਮੰਤਵ ਲਈ ਉਸਨੇ ਆਪਣਾ ਪਾਸਪੋਰਟ ਰਿਨਿਊ ਕਰਵਾਉਣ ਲਈ 3 ਜੁਲਾਈ 1999 ਨੂੰ ਪਾਸਪੋਰਟ ਦਫ਼ਤਰ ਜਲੰਧਰ ਨੂੰ ਦਰਖਾਸਤ ਦਿੱਤੀ ਸੀ, ਪਰ ਉਸ ਦੇ ਵਾਰ-ਵਾਰ ਪੁੱਛਣ ਤੇ ਦਫ਼ਤਰ ਵੱਲੋਂ 5 ਮਹੀਨਿਆਂ ਤੱਕ ਕੋਈ ਜਵਾਬ ਨਾ ਮਿਲਿਆ। ਅਖੀਰ ਵਿੱਚ ਉਸਨੇ 5 ਦਸੰਬਰ 1990 ਨੂੰ ਪਾਸਪੋਰਟ ਦਫ਼ਤਰ ਨੂੰ ਕਾਨੂੰਨੀ ਨੋਟਿਸ ਭੇਜਿਆ। ਦਫ਼ਤਰ ਨੇ ਇਸ ਨੋਟਿਸ ਨੂੰ ਹਾਈ ਕੋਰਟ ਨੂੰ ਇਹ ਲਿਖਤੀ ਜਵਾਬ ਦਿੱਤਾ ਸੀ ਕਿ ਪੰਜਾਬ ਸਰਕਾਰ ਦੇ CID ਮਹਿਕਮੇ ਨੇ ਪਾਸਪੋਰਟ ਨੂੰ ਰਿਨਿਊ ਕਰਨ ਦੀ ਸਿਫਾਰਿਸ਼ ਨਹੀਂ ਭੇਜੀ। ਜਸਵੰਤ ਸਿੰਘ ਨੂੰ ਇਸ ਦੇਰੀ ਦੇ ਖਿਲਾਫ 14 ਫਰਵਰੀ 1991 ਨੂੰ ਹਾਈ ਕੋਰਟ ਵਿੱਚ ਰਿਟ ਦਾਖਲ ਕਰਨੀ ਪਈ ਸੀ। ਇਸ ਤਰ੍ਹਾਂ 7-8 ਮਹੀਨਿਆਂ ਦੀ ਕਾਨੂੰਨੀ ਜੱਦੋਜਹਿਦ ਤੋਂ ਬਾਅਦ ਹਾਈ ਕੋਰਟ ਦੇ ਆਦੇਸ਼ ਉੱਤੇ ਜਸਵੰਤ ਸਿੰਘ ਦਾ ਪਾਸਪੋਰਟ ਰਿਨਿਊ ਹੋ ਸਕਿਆ ਸੀ। ਭਾਈ ਜਸਵੰਤ ਸਿੰਘ ਦੇ ਮਨ ਅੰਦਰ ਭਾਰਤ ਤੋਂ ਬਾਹਰ ਜਾਣ ਬਾਰੇ ਵਿਚਾਰਾਂ ਦੀ ਉਧੇੜ ਬੁਣ ਚੱਲ ਰਹੀ ਸੀ। ਜਦੋਂ ਚੰਡੀਗੜ੍ਹ ਤੋਂ ਹਾਈ ਕੋਰਟ ਦੇ ਦਖਲ ਨਾਲ ਉਸ ਨੂੰ ਪਾਸਪੋਰਟ ਮਿਲ ਜਾਣ ਦਾ ਜਸਟਿਸ ਅਜੀਤ ਸਿੰਘ ਬੈਂਸ ਦਾ ਸੰਦੇਸ਼ ਮਿਲਿਆ, ਉਹ ਫੌਰੀ ਚੰਡੀਗੜ੍ਹ ਜਾ ਕੇ ਜਸਟਿਸ ਬੈਂਸ ਹੋਰਾਂ ਨੂੰ ਮਿਲਿਆ, ਜਿਨ੍ਹਾਂ ਨੇ ਉਸ ਨੂੰ ਇਹ ਸਲਾਹ ਦਿੱਤੀ ਸੀ ਕਿ ਜਿੰਨੀ ਛੇਤੀ ਹੋ ਸਕੇ ਚੁੱਪ-ਚੁਪੀਤੇ ਇੰਗਲੈਂਡ ਦਾ ਵੀਜ਼ਾ ਲੈ ਕੇ ਇੱਕ ਵਾਰੀ ਇੱਥੋਂ ਨਿਕਲ ਜਾਣਾ ਚਾਹੀਦਾ ਹੈ। ਭਾਈ ਜਸਵੰਤ ਸਿੰਘ ਨੇ ਇਹ ਸਲਾਹ ਮੰਨ ਕੇ ਫੁਰਤੀ ਨਾਲ ਵੀਜ਼ਾ ਲੈ ਲਿਆ ਅਤੇ ਚੰਡੀਗੜ੍ਹ ਤੋਂ ਸਿੱਧਾ ਦਿੱਲੀ ਪਹੁੰਚ ਕੇ ਇੰਗਲੈਂਡ ਲਈ ਰਵਾਨਾ ਹੋ ਗਿਆ ਸੀ। ਉਹ 11 ਮਈ 1991 ਨੂੰ ਇੰਗਲੈਂਡ ਪੁੱਜਾ ਸੀ। ਪੰਜਾਬ ਪੁਲਿਸ ਦਾ ਹਤਾਸ਼ਪੁਣਾ। ਪੰਜਾਬ ਪੁਲਿਸ ਜਸਵੰਤ ਸਿੰਘ ਦੀ ਹਰ ਹਰਕਤ ਦੀ ਸੂਹ ਰੱਖ ਰਹੀ ਸੀ ਅਤੇ ਉਸ ਨੂੰ ਗ੍ਰਿਫਤਾਰ ਕਰਨ ਦੀ ਪੂਰੀ ਤਿਆਰੀ ਕੀਤੀ ਹੋਈ ਸੀ, ਪਰ ਭਾਈ ਜਸਵੰਤ ਸਿੰਘ ਨੇ ਵੀਜ਼ਾ ਲੈਣ ਤੇ ਇੰਗਲੈਂਡ ਨੂੰ ਖਿਸਕ ਜਾਣ ਵਿੱਚ ਜਿੰਨੀ ਚੁਸਤੀ ਤੇ ਫੁਰਤੀ ਵਰਤੀ ਸੀ, ਪੁਲਿਸ ਨੂੰ ਇਸ ਦੀ ਉਮੀਦ ਨਹੀਂ ਸੀ। ਜਿਸ ਦਿਨ ਜਸਵੰਤ ਸਿੰਘ ਇੰਗਲੈਂਡ ਲਈ ਰਵਾਨਾ ਹੋ ਚੁੱਕਾ ਸੀ, ਉਸੇ ਦਿਨ ਪੁਲਿਸ ਦੇ ਸਿਪਾਹੀ ਜਸਵੰਤ ਸਿੰਘ ਦੇ ਨਾਂ ਤੇ ਸੰਮਣ ਲੈ ਕੇ ਖਾਲੜੇ ਉਸ ਦੇ ਘਰ ਜਾ ਪੁੱਜੇ ਸਨ। ਪੁਲਿਸ ਨੇ ਜਸਵੰਤ ਸਿੰਘ ਦੇ ਪਿਤਾ ਜੀ ਨੂੰ ਦੱਸਿਆ ਸੀ ਕਿ ਉਸਨੇ ਚੰਡੀਗੜ੍ਹ ਗਵਰਨਰ ਦਾ ਘਿਰਾਓ ਕਰਨ ਦਾ ਯਤਨ ਕੀਤਾ ਸੀ ਤੇ ਰੌਲਾ ਪਾਇਆ ਸੀ ਕਿ ਝੂਠੇ ਪੁਲਿਸ ਮੁਕਾਬਲੇ ਖਤਮ ਹੋਣੇ ਚਾਹੀਦੇ ਨੇ ਤੇ ਸਿਆਸੀ ਕੈਦੀ ਰਿਹਾ ਹੋਣੇ ਚਾਹੀਦੇ ਨੇ। ਜਸਵੰਤ ਸਿੰਘ ਦੇ ਪਿਤਾ ਜੀ ਨੇ ਪੁਲਿਸ ਨੂੰ ਇਹ ਕਹਿ ਕੇ ਮੋੜ ਦਿੱਤਾ ਸੀ ਕਿ ਜਸਵੰਤ ਸਿੰਘ ਹੁਣ ਖਾਲੜੇ ਨਹੀਂ ਰਹਿੰਦਾ, ਅੰਮ੍ਰਿਤਸਰ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਹੈ। ਉਸ ਤੋਂ ਬਾਅਦ ਪੁਲਿਸ ਨੇ ਸਿਵਲ ਕੱਪੜਿਆਂ ਵਿੱਚ ਜਸਵੰਤ ਸਿੰਘ ਦੇ ਛੇਹਰਟਾ ਰੋਡ ਵਾਲੇ ਘਰ ਗਲੀ ਨੰਬਰ 6 ਸ਼ਕਤੀ ਨਗਰ ਛੇਹਰਟਾ ਵਿੱਚ ਵਾਰ-ਵਾਰ ਚੱਕਰ ਮਾਰਨੇ ਸ਼ੁਰੂ ਕਰ ਦਿੱਤੇ ਸਨ। ਕਈ ਵਾਰੀ ਪੁਲਿਸ ਚਿੱਟੇ ਕੱਪੜਿਆਂ ਵਿੱਚ ਯੂਨੀਵਰਸਿਟੀ ਬੀਬੀ ਪਰਮਜੀਤ ਕੌਰ ਦੀ ਕੰਮ ਵਾਲੀ ਜਗ੍ਹਾ ਵੀ ਜਾ ਧਮਕਦੀ ਸੀ। ਪੁਲਿਸ ਵਾਰ-ਵਾਰ ਇਹੋ ਪੁੱਛਦੀ ਸੀ ਕਿ ਜਸਵੰਤ ਸਿੰਘ ਬਾਹਰ ਕੀ ਕਰਨ ਗਿਆ ਅਤੇ ਉਸਨੇ ਕਦੋਂ ਮੁੜਨਾ ਹੈ। ਇੱਕ ਵਾਰ ਤਾਂ ਉਹਨਾਂ ਬੀਬੀ ਪਰਮਜੀਤ ਕੌਰ ਨੂੰ ਇਹ ਰੋਅਬ ਵੀ ਮਾਰਿਆ ਸੀ ਕਿ ਜੇਕਰ 10 ਮਈ ਤੋਂ ਪਹਿਲਾਂ ਸਾਨੂੰ ਉਸਦੇ ਵੀਜ਼ੇ ਦੀ ਖਬਰ ਮਿਲ ਜਾਂਦੀ ਤਾਂ ਦੇਖਦੇ ਉਹ ਕਿਵੇਂ ਬਾਹਰ ਜਾਂਦਾ।
ਸਾਨੂੰ ਤਾਂ ਉਸ ਦੀ ਪਟੀਸ਼ਨ ਬਾਰੇ ਪਾਸਪੋਰਟ ਮਹਿਕਮੇ ਨੇ ਸੂਚਨਾ ਹੀ ਬਹੁਤ ਲੇਟ ਦਿੱਤੀ ਸੀ। ਇੱਕ ਵਾਰ ਬੀਬੀ ਪਰਮਜੀਤ ਕੌਰ ਨੇ ਪੁਲਿਸ ਨੂੰ ਇਹ ਕਹਿ ਕੇ ਗਲੋਂ ਲਾਉਣ ਦਾ ਯਤਨ ਕੀਤਾ ਸੀ ਕਿ ਜਸਵੰਤ ਸਿੰਘ ਕਿਸੇ ਘਰੇਲੂ ਕੰਮ ਦੇ ਵਾਸਤੇ ਆਪਣੇ ਵੱਡੇ ਭਰਾ ਕੋਲ ਇੰਗਲੈਂਡ ਗਿਆ, ਪਰ ਪੁਲਿਸ ਨੇ ਇੱਕਦਮ ਤਾੜ ਕਰਦਾ ਜਵਾਬ ਦਿੱਤਾ ਸੀ ਕਿ ਜਿਸ ਆਦਮੀ ਦਾ ਇੱਥੇ ਰਿਕਾਰਡ ਲਗਾਤਾਰ ਸਮਾਜ ਵਿਰੋਧੀ ਹੈ, ਉਹ ਘਰੇਲੂ ਕੰਮ ਤੱਕ ਕਿਵੇਂ ਸੀਮਤ ਰਹਿ ਸਕਦਾ ਹੈ। 30 ਜੂਨ ਦੀ ਰਾਤ ਨੂੰ ਕੁਝ ਪੁਲਸੀਏ ਫੂੰ-ਫੂੰ ਕਰਦੇ ਜਸਵੰਤ ਸਿੰਘ ਦੇ ਅੰਮ੍ਰਿਤਸਰ ਵਾਲੇ ਘਰ ਵਿੱਚ ਆ ਵੜੇ ਸਨ। ਉਹਨਾਂ ਦੇ ਹੱਥਾਂ ਵਿੱਚ ਕੁਝ ਅਖਬਾਰਾਂ ਸਨ, ਜਿਨ੍ਹਾਂ ਵਿੱਚ ਇਹ ਖਬਰ ਛਪੀ ਸੀ ਕਿ ਜਸਵੰਤ ਸਿੰਘ ਯੂਰਪ ਵਿੱਚ ਪੰਥਕ ਕਮੇਟੀ ਯਾਨੀ ਕਿ ਮਾਨੋਚਾਲ ਦੇ ਨੁਮਾਇੰਦੇ ਵਜੋਂ ਕੰਮ ਕਰਦਾ ਹੈ। ਇਹ ਅਖਬਾਰਾਂ ਸ਼ਾਇਦ ਇੰਗਲੈਂਡ ਤੋਂ ਛਪਣ ਵਾਲੀਆਂ ਸਨ। ਇਹ ਖਬਰ ਉਹਨਾਂ ਬੀਬੀ ਪਰਮਜੀਤ ਕੌਰ ਨੂੰ ਪੜ੍ਹਾਈ ਤਾਂ ਉਸ ਕੋਲ ਬਚਾਓ ਦੀ ਕੋਈ ਦਲੀਲ ਨਹੀਂ ਰਹੀ ਸੀ। ਪੁਲਿਸ ਨੇ ਧਮਕੀ ਭਰੇ ਲਹਿਜੇ ਵਿੱਚ ਬੀਬੀ ਪਰਮਜੀਤ ਕੌਰ ਨੂੰ ਇਹ ਮਸ਼ਵਰਾ ਦਿੱਤਾ ਸੀ ਕਿ ਜੇਕਰ ਜਸਵੰਤ ਸਿੰਘ ਆਪਣੀ ਜ਼ੁਬਾਨ ਬੰਦ ਕਰ ਲਵੇ ਅਤੇ ਬੰਦਾ ਬਣ ਕੇ ਜਲਦੀ ਵਾਪਸ ਮੁੜ ਆਵੇ ਤਾਂ ਉਸ ਨਾਲ ਕੁਝ ਰਿਆਇਤ ਹੋ ਸਕਦੀ ਹੈ, ਨਹੀਂ ਤਾਂ। ਇਹ ਸਾਰੀਆਂ ਗੱਲਾਂ ਬੀਬੀ ਪਰਮਜੀਤ ਕੌਰ ਨੇ 1 ਜੁਲਾਈ ਨੂੰ ਭਾਈ ਜਸਵੰਤ ਸਿੰਘ ਨੂੰ ਲਿਖੀ ਚਿੱਠੀ ਵਿੱਚ ਲਿਖੀਆਂ ਸਨ। ਇਸ ਤੋਂ ਪੁਲਿਸ ਦੀ ਨੀਤ ਪੂਰੀ ਤਰ੍ਹਾਂ ਸਾਫ਼ ਹੋ ਜਾਂਦੀ ਹੈ ਕਿ ਜੇਕਰ ਜਸਵੰਤ ਸਿੰਘ ਚੋਰੀ ਛੁਪੇ ਬਾਹਰ ਜਾਣ ਵਿੱਚ ਸਫਲ ਨਾ ਹੋਇਆ ਹੁੰਦਾ ਤਾਂ ਪੁਲਿਸ ਨੇ ਉਸ ਨਾਲ ਖੈਰ ਨਹੀਂ ਗੁਜ਼ਾਰਨੀ ਸੀ। ਮਾਨਸਿਕ ਵੇਦਨਾ। ਜਸਵੰਤ ਸਿੰਘ ਨੂੰ ਇੰਗਲੈਂਡ ਬੈਠਿਆਂ ਇਹਨਾਂ ਬੇਚੈਨ ਕਰਨ ਵਾਲੀਆਂ ਖਬਰਾਂ ਨਾਲ ਜ਼ਰੂਰ ਮਾਨਸਿਕ ਪੀੜ ਚੋਂ ਲੰਘਣਾ ਪਿਆ ਹੋਵੇਗਾ, ਕਿਉਂਕਿ ਪਿੱਛੇ ਘਰ ਵਿੱਚ 2 ਛੋਟੇ-ਛੋਟੇ ਬੱਚਿਆਂ ਨਾਲ ਉਸ ਵੇਲੇ ਬੇਟੀ ਨਵਕਿਰਨ 6 ਸਾਲਾਂ ਦੀ ਤੇ ਬੇਟਾ ਜਨਮੀਤ ਸਿੰਘ ਸਿਰਫ 4 ਵਰ੍ਹਿਆਂ ਦਾ ਸੀ। ਮਰਦ ਦੇ ਸਾਥ ਤੋਂ ਬਿਨਾਂ ਇਕੱਲੀ ਰਹਿ ਰਹੀ ਪਤਨੀ ਬੀਬੀ ਪਰਮਜੀਤ ਕੌਰ ਨੂੰ ਪੁਲਿਸ ਦੀ ਬਦਸਲੂਕੀ ਦੀ ਜ਼ਹਿਮਤ ਝੱਲਣੀ ਪੈ ਰਹੀ ਸੀ। ਬੀਬੀ ਪਰਮਜੀਤ ਕੌਰ ਨੇ ਚਿੱਠੀ ਵਿੱਚ ਡੂੰਘੀ ਵੇਦਨਾ 'ਚੋਂ ਇਹ ਲਫ਼ਜ਼ ਲਿਖੇ ਸਨ, ਸੋਚਿਆ ਸੀ ਚੋਣਾਂ ਦਾ ਰੌਲਾ ਗੌਲਾ ਠੰਡਾ ਪੈ ਜਾਊ ਤੇ ਤੁਸੀਂ ਮੁੜ ਆਵੋਗੇ, ਪਰ ਹੁਣ ਤਾਂ ਲੱਗਦਾ ਹੈ ਤੁਹਾਡੀ ਜਾਨ ਨੂੰ ਖਤਰਾ ਹੈ। ਦਿਨ ਦਿਹਾੜੇ ਘਰਾਂ 'ਚੋਂ ਬੰਦੇ ਚੁੱਕਦੇ ਨੇ ਤੇ ਅਗਲੇ ਦਿਨ ਖਬਰ ਲੱਗ ਜਾਂਦੀ ਹੈ ਕਿ ਫਲਾਣਾ ਬੰਦਾ ਪੁਲਿਸ ਮੁਕਾਬਲੇ 'ਚ ਮਾਰਿਆ ਗਿਆ। ਅਸੀਂ ਤਾਂ ਇੱਥੇ ਔਖੇ ਸੌਖੇ ਦਿਨ ਕੱਟ ਲਵਾਂਗੇ, ਤੁਸੀਂ ਹੋਣੀ ਨੂੰ ਟਾਲਣ ਦੀ ਕੋਸ਼ਿਸ਼ ਕਰਿਓ। ਬੜੇ ਘਰ ਸੁੰਨੇ ਹੋ ਚੁੱਕੇ ਨੇ, ਜਾਨ ਹੈ ਤਾਂ ਜਹਾਨ ਹੈ। ਘੱਟੋ ਘੱਟ ਠੰਡ ਠੰਡੌਲਾ ਹੋਣ ਤੱਕ ਉਡੀਕ ਲਓ, ਸ਼ਾਇਦ ਵਾਹਿਗੁਰੂ ਚੰਗੇ ਦਿਨ ਵਾਪਸ ਲੈ ਹੀ ਆਵੇਗਾ। ਦੂਰ ਬੈਠਿਆਂ ਪਰਿਵਾਰ ਦੀ ਇਹ ਦਸ਼ਾ ਝੱਲਣ ਲਈ ਤਕੜਾ ਜੇਰਾ ਲੋੜੀਂਦਾ ਹੈ। ਭਾਈ ਜਸਵੰਤ ਸਿੰਘ ਉੱਤੇ ਇਸ ਪੱਖੋਂ ਵਾਹਿਗੁਰੂ ਦੀ ਅਪਾਰ ਕਿਰਪਾ ਹੋਈ ਸੀ। ਵਾਹਿਗੁਰੂ ਨੇ ਉਸ ਨੂੰ ਤੀਖਣ ਬੁੱਧੀ ਦੇ ਨਾਲੋਂ ਨਾਲ ਫੌਲਾਦੀ ਇਰਾਦੇ ਦੀ ਦਾਤ ਨਾਲ ਵੀ ਨਿਵਾਜਿਆ ਸੀ। ਇਸ ਤੋਂ ਇਲਾਵਾ ਉਸੇ ਵੇਲੇ ਜਸਵੰਤ ਸਿੰਘ ਨੂੰ ਆਪਣੇ ਪੰਜਾਬ ਅੰਦਰਲੇ ਸਾਥੀ ਵਰਕਰਾਂ ਦੇ ਸ਼ਿਕਵੇ ਵੀ ਸੁਣਨੇ ਝੱਲਣੇ ਪਏ ਸਨ। ਸਾਰਾ ਕੁਝ ਇੰਨਾ ਅਚਾਨਕ ਤੇ ਤੇਜ਼ੀ ਨਾਲ ਵਾਪਰਿਆ ਸੀ ਕਿ ਉਸ ਨੂੰ ਇੰਗਲੈਂਡ ਜਾਣ ਤੋਂ ਪਹਿਲਾਂ ਆਪਣੇ ਸਾਥੀ ਵਰਕਰਾਂ ਨੂੰ ਭਰੋਸੇ ਵਿੱਚ ਲੈਣ ਦਾ ਵਕਤ ਨਹੀਂ ਮਿਲਿਆ ਸੀ। ਉੱਪਰ ਬਿਆਨੀਆਂ ਹਾਲਤਾਂ ਕਰਕੇ ਉਸ ਨੂੰ ਚੋਣਾਂ ਦੀ ਚੱਲ ਰਹੀ ਪ੍ਰਚਾਰ ਮੁਹਿੰਮ ਵਿੱਚੇ ਛੱਡ ਕੇ ਜਾਣਾ ਪੈ ਗਿਆ ਸੀ, ਜਿਵੇਂ ਕਿ ਅਜਿਹੇ ਸਮਿਆਂ ਵਿੱਚ ਆਮ ਵਾਪਰਦਾ ਹੈ। ਉਸ ਵੇਲੇ ਇਤਿਹਾਸ ਦੀ ਗਤੀ ਬੇਹੱਦ ਤੇਜ਼ ਹੋ ਗਈ ਸੀ। ਰਾਜਨੀਤਿਕ ਦ੍ਰਿਸ਼ ਅਸਧਾਰਨ ਤੇਜ਼ੀ ਨਾਲ ਬਦਲ ਰਹੇ ਸਨ ਅਤੇ ਇਸੇ ਹੀ ਰਫ਼ਤਾਰ ਨਾਲ ਭਾਈ ਜਸਵੰਤ ਸਿੰਘ ਦੀ ਸੋਚ ਅੱਗੇ ਵੱਲ ਵਧ ਰਹੀ ਸੀ। ਅਜਿਹੇ ਸੰਕਟ ਭਰਪੂਰ ਸਮਿਆਂ ਵਿੱਚ ਆਮ ਵਰਕਰਾਂ ਨੂੰ ਅਮੂਮਨ ਹੀ ਤੇਜ਼ ਦੌੜ ਰਹੇ ਵਕਤ ਦੇ ਨਾਲ ਰਲਣਾ ਔਖਾ ਹੋ ਜਾਂਦਾ ਹੈ, ਜਿਸ ਕਰਕੇ ਆਗੂ ਤੇ ਵਰਕਰਾਂ ਦਰਮਿਆਨ ਵਿੱਥ ਪੈ ਜਾਂਦੀ ਹੈ। ਜੇਕਰ ਕਿਸੇ ਔਕੜ ਦੀ ਵਜ੍ਹਾ ਕਰਕੇ ਆਗੂ ਵੱਲੋਂ ਵਰਕਰਾਂ ਨੂੰ ਆਪਣੇ ਨਾਲ ਰਲਾਉਣ ਦੇ ਬਾਮੌਕਾ ਯਤਨ ਨਹੀਂ ਹੁੰਦੇ ਤਾਂ ਇਹ ਵਿੱਥ ਵੱਧ ਕੇ ਤਣਾਅ ਦਾ ਰੂਪ ਧਾਰਨ ਕਰ ਜਾਂਦੀ ਹੈ। ਸਿਆਸੀ ਵਿਚਾਰਾਂ ਦੀ ਦੂਰੀ ਮੇਟਣੀ ਤਾਂ ਮੁਕਾਬਲਤਨ ਸੌਖੀ ਹੁੰਦੀ ਹੈ, ਪਰ ਜਦੋਂ ਕਿਸੇ ਆਗੂ ਵਿਅਕਤੀ ਅੰਦਰ ਸਿਆਸੀ ਵਿਚਾਰਾਂ ਦੇ ਨਾਲੋਂ ਨਾਲ ਅਧਿਆਤਮਕ ਤਬਦੀਲੀ ਵੀ ਵਾਪਰ ਜਾਂਦੀ ਹੈ ਤਾਂ ਸੈਕੂਲਰ ਵਿਚਾਰਧਾਰਾ ਜਾਣੀ ਕਿ ਪੱਛਮੀ ਗਿਆਨ ਪ੍ਰਬੰਧ ਦੇ ਅਸਰ ਹੇਠਲੇ ਸਾਥੀਆਂ ਲਈ ਇਸ ਨੂੰ ਸਮਝਣਾ ਬੇਹੱਦ ਮੁਸ਼ਕਲ ਹੋ ਜਾਂਦਾ ਹੈ, ਕਿਉਂਕਿ ਇਹ ਵਿਚਾਰਾਂ ਦਾ ਖੇਤਰ ਨਹੀਂ ਹੁੰਦਾ, ਇਹ ਤਾਂ ਅਨੁਭਵ ਦੀ ਵੱਤ ਹੈ। ਭਾਈ ਜਸਵੰਤ ਸਿੰਘ ਖਾਲੜਾ ਦੇ ਇੱਕ ਸਾਥੀ ਨੇ ਦੱਸਿਆ ਕਿ 1993 ਵਿੱਚ ਮੈਂ ਇੱਕ ਦਿਨ ਜਦੋਂ ਜਸਵੰਤ ਸਿੰਘ ਨੂੰ ਸਵੇਰੇ ਇਸ਼ਨਾਨ ਕਰਕੇ
ਅਤੇ ਗਾਤਰਾ ਤੇ ਕੇਸਕੀ ਸਜਾ ਕੇ ਪੂਰਨ ਸ਼ਰਧਾ ਨਾਲ ਨਿਤਨੇਮ ਕਰਦੇ ਦੇਖਿਆ ਸੀ ਤਾਂ ਮੈਨੂੰ ਬੜਾ ਅਚੰਭਾ ਹੋਇਆ ਸੀ। ਮੇਰੇ ਕੋਲੋਂ ਰਿਹਾ ਨਾ ਗਿਆ ਅਤੇ ਮੈਂ ਝੱਕਦਿਆਂ ਜਸਵੰਤ ਸਿੰਘ ਤੋਂ ਪੁੱਛ ਹੀ ਲਿਆ ਕਿ ਇਹ ਤਬਦੀਲੀ ਕਿਵੇਂ ਵਾਪਰੀ। ਭਾਈ ਜਸਵੰਤ ਸਿੰਘ ਨੇ ਠਰੰਮੇ ਨਾਲ ਜਵਾਬ ਦਿੱਤਾ ਸੀ ਕਿ ਬੰਦੇ ਦੀ ਕਹਿਣੀ ਤੇ ਕਰਨੀ ਇੱਕੋ ਹੋਣੀ ਚਾਹੀਦੀ ਹੈ, ਇਸ ਵਿੱਚ ਫਰਕ ਨਹੀਂ ਹੋਣਾ ਚਾਹੀਦਾ। ਮੈਂ ਜਦੋਂ ਕਮਿਊਨਿਸਟ ਸੀ ਤਾਂ ਬਸ ਕਮਿਊਨਿਸਟ ਸੀ, ਫਿਰ ਜਦੋਂ IDP ਨਾਲ ਜੁੜੇ ਤਾਂ ਤਨੋ ਮਨੋ ਉਸ ਦੀ ਵਿਚਾਰਧਾਰਾ ਅਪਣਾ ਲਈ ਸੀ, ਅਤੇ ਹੁਣ ਜਦੋਂ ਗੁਰਮਤ ਦੇ ਮਾਰਗ ਦੇ ਪਾਂਧੀ ਬਣ ਗਏ ਆ ਤਾਂ ਕੋਈ ਵੀ ਝਿਜਕ ਜਾਂ ਸ਼ੰਕਾ ਨਹੀਂ ਰਹਿ ਗਿਆ। ਬਸ ਹੁਣ ਜੋ ਹਾਂ ਉਹੀ ਆ, ਇਸ ਵਿੱਚ ਕਿਸੇ ਵੀ ਮਿਲਾਵਟ ਦੀ ਕੋਈ ਗੁੰਜਾਇਸ਼ ਨਹੀਂ ਹੈ। ਉਸ ਸਮੇਂ ਦੇ ਦੌਰਾਨ ਭਾਈ ਜਸਵੰਤ ਸਿੰਘ ਖਾਲੜਾ ਦੇ ਆਪਣੇ ਕੁਝ ਸਾਥੀ ਵਰਕਰਾਂ ਨਾਲ ਹੋਏ ਚਿੱਠੀ ਪੱਤਰ ਤੋਂ ਪਤਾ ਚੱਲਦਾ ਹੈ ਕਿ ਪਰਿਵਾਰ ਤੋਂ ਇਲਾਵਾ ਉਸ ਨੂੰ ਇਸ ਪੱਖੋਂ ਵੀ ਡਾਢੀ ਮਾਨਸਿਕ ਪਰੇਸ਼ਾਨੀ ਚੋਂ ਗੁਜ਼ਰਨਾ ਪਿਆ ਸੀ। ਪਰ ਵਾਹਿਗੁਰੂ ਨੇ ਜਸਵੰਤ ਸਿੰਘ ਨੂੰ ਇੱਕ ਹੋਰ ਵਿਰਲਾ ਗੁਣ ਵੀ ਦਿੱਤਾ ਹੋਇਆ ਸੀ। ਉਹ ਆਪਣੀ ਸੁਹਿਰਦਤਾ ਤੇ ਨਿਰਛਲਤਾ ਨਾਲ ਸਾਥੀ ਵਰਕਰਾਂ ਦੇ ਦਿਲ ਮੋਹ ਲੈਂਦਾ ਸੀ, ਜਿਸ ਕਰਕੇ ਉਸ ਨਾਲ ਰਲ ਕੇ ਕੰਮ ਕਰਦੇ ਵਰਕਰਾਂ ਨੂੰ ਵਿਚਾਰਾਂ ਦੀ ਸਾਂਝ ਤੋਂ ਇਲਾਵਾ ਉਸ ਨਾਲ ਨਿੱਜੀ ਲਗਾਵ ਹੀ ਹੋ ਜਾਂਦਾ ਸੀ। ਉਹ ਉਸ ਨੂੰ ਆਪਣਾ ਦਾਨਾ ਆਗੂ ਤੇ ਭਰੋਸੇਮੰਦ ਦੋਸਤ ਜਾਂ ਵੱਡਾ ਭਰਾ ਸਮਝਣ ਲੱਗ ਜਾਂਦੇ ਸਨ। ਇਸ ਕਰਕੇ ਭਾਈ ਜਸਵੰਤ ਸਿੰਘ ਨੇ ਸੰਕਟ ਵਿੱਚ ਫਸੇ ਆਪਣੇ ਪਰਿਵਾਰ ਦੇ ਨਾਲੋਂ ਨਾਲ ਉਸ ਦੇ ਇੰਗਲੈਂਡ ਜਾਣ ਤੋਂ ਬਾਅਦ ਆਪਣੇ ਆਪ ਨੂੰ ਨਿਆਸਰੇ ਤੇ ਦਿਸ਼ਾਹੀਣ ਮਹਿਸੂਸ ਕਰ ਰਹੇ ਸਾਥੀਆਂ ਦੇ ਸਾਰੇ ਸ਼ੰਕੇ, ਸਵਾਲ ਤੇ ਸ਼ਿਕਵੇ ਵੀ ਤਹੱਮਲ ਤੇ ਸੁਘੜਤਾ ਨਾਲ ਨਿਵਰਤ ਕਰ ਦਿੱਤੇ ਸਨ। ਇਸ ਸਾਰੇ ਅਮਲ ਚੋਂ ਭਾਈ ਜਸਵੰਤ ਸਿੰਘ ਦੀ ਆਗੂ ਪ੍ਰਤਿਭਾ ਪ੍ਰਤੱਖ ਹੋ ਜਾਂਦੀ ਹੈ।